Hello students, today we will discuss about mobility of electrons and holes. In the previous videos, we have discussed about classifications of conductors, insulators and semiconductors, and also we have discussed on the basis of their band theory. After that, we have discussed about the types of semiconductors. One is intrinsic and another one is extrinsic. Intrinsic is a pure semiconductor and extrinsic is a impure semiconductor. ਉਹਦੇ ਵਿੱਚ ਆਪਾਂ impurity add ਕਰਦੇ ਸੀਗੇ. In the after that we have discussed about the N type and P type semiconductors, and today we will discuss about mobility of electrons and holes. As we know that electrons and holes are charge carriers, they are movable. मैं ਤੁਹਾਨੂੰ पिछली वीडियोज़ ਦੇ ਵਿੱਚ ਦੱਸਦੀ ਆ ਰਹੀ ਹਾਂ ਵੀ ਜਿਹੜੇ semiconductors ਹੁੰਦੇ ਆ, in the semiconductors there are two charge carriers, one is electron and another one is holes. They also movable. ਇਹ ਦੋਨੋਂ move ਕਰਦੇ ਆ. mobility ਦੀ simple wording ਦੇ ਵਿੱਚ ਜੇ ਆਪਾਂ ਨੂੰ ਕਹੀਏ then simple ਦਾ ਮਤਲਬ ਇਹਦਾ ਹੈਗਾ movable, ਵੀ ਚਾਰਜ ਪਾਰਟੀਕਲਸ ਦਾ ਮੂਵ ਕਰਨਾ. ਹੁਣ ਮੋਬਿਲਿਟੀ ਹੁੰਦੀ ਕੀ ਆ ਇਲੈਕਟ੍ਰੋਨਸ ਐਂਡ ਹੋਲਸ ਦੀ? ਇਟ ਇਜ਼ ਦ ਡ੍ਰਿਫਟ ਵੈਲੋਸਿਟੀ acquired by the charge carrier. Charge carrier means electron and holes under the effect of unit electric field. when ਜਿਹੜੇ ਚਾਰਜ ਕੈਰੀਅਰਸ ਨੇ ਉਹ ਮੂਵ ਕਰਦੇ ਨੇ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ ਇਜ਼ ਨੋਨ ਐਜ਼ ਇਲੈਕਟ੍ਰੀਕਲ ਮੋਬਿਲਿਟੀ ਮਿਊ. ਤੁਹਾਨੂੰ ਪਤਾ ਹੀ ਹੈ ਵੀ ਡ੍ਰਿਫਟ ਵੈਲੋਸਿਟੀ ਕੀ ਹੁੰਦੀ ਹੈ. ਡ੍ਰਿਫਟ ਵੈਲੋਸਿਟੀ ਇਜ਼ ਦਾ ਐਵਰੇਜ ਵੈਲੋਸਿਟੀ ਐਕਵਾਇਰਡ ਬਾय ਦ ਚਾਰਜ ਪਾਰਟੀਕਲ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ. ਠੀਕ ਹੈ, ਇੱਕ ਇਹ ਜੀ ਰੈਂਡਮ ਵੈਲੋਸਿਟੀ ਹੁੰਦੀ ਆ, ਇਹ ਜੀ ਰੈਂਡਮ ਵੈਲੋਸਿਟੀ ਹੁੰਦੀ ਆ ਜਿਹਦੇ ਨਾਲ ਚਾਰਜ ਪਾਰਟੀਕਲਸ ਕੀ ਕਰਦੇ ਆ, ਮੂਵ ਕਰਦੇ ਆ, ਬਟ ਅੰਡਰ ਦਾ ਆਹ ਚੀਜ਼ ਤੁਸੀਂ ਯਾਦ ਰੱਖਣੀ ਆ, ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ. ਜਦੋਂ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕਰਾਂਗੇ ਦੈਨ ਉਸ ਟਾਈਮ ਜਿਹੜੀ ਉਹਨਾਂ ਦੀ ਵੈਲੋਸਿਟੀ ਹੋਊਗੀ ਦੈਟਸ ਮੀਨ ਦਿਸ ਇਜ਼ ਨੋਨ ਐਜ਼ ਡ੍ਰਿਫਟ ਵੈਲੋਸਿਟੀ. ਡ੍ਰਿਫਟ ਮੀਨਸ ਰੈਂਡਮ ਵੈਲੋਸਿਟੀ, ਐਵਰੇਜ ਵੈਲੋਸਿਟੀ. ਓਕੇ ਬੇਟਾ, ਇਹ ਕਦੋਂ ਆਕਰ ਕਰਦੇ ਨੇ? ਜਦੋਂ ਚਾਰਜ ਪਾਰਟੀਕਲਸ ਨੂੰ ਮੀਨ ਇਲੈਕਟ੍ਰੋਨ ਐਂਡ ਹੋਲਸ ਨੂੰ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ ਰੱਖਿਆ ਜਾਂਦਾ. ਕਲੀਅਰ? ਇਟ ਇਜ਼ ਡਿਨੋਟਡ ਬਾਏ ਮਿਊ. ਓਕੇ, ਇਨ ਦ ਸੈਮੀਕੰਡਕਟਰ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਮੀਕੰਡਕਟਰਸ ਦੀ ਸਟੱਡੀ ਕਰ ਰਹੇ ਹਾਂ ਜਿਹਦੀਆਂ ਦੋ ਪਿਓਰ ਐਗਜ਼ਾਮਪਲਸ ਆਪਾਂ ਲੈ ਕੇ ਚੱਲ ਰਹੇ ਹਾਂ. ਦੋ ਐਗਜ਼ਾਮਪਲਸ, ਬੈਸਟ ਐਗਜ਼ਾਮਪਲਸ, ਜਰਮੇਨੀਅਮ ਐਂਡ ਸਿਲੀਕॉन. ਓਕੇ, the drift velocity of the charged particle is directly proportional to applied electric field. ਆਪਾਂ ਨੂੰ ਪਤਾ ਹੀ ਹੈ ਵੀ ਉਦੋਂ ਚਾਰਜ ਪਾਰਟੀਕਲਸ ਮੂਵ ਕਰਦੇ ਆ, ਉਹਨਾਂ ਦੀ ਉਦੋਂ ਡ੍ਰਿਫਟ ਵੈਲੋਸਿਟੀ ਆਪਾਂ ਦੇਖਦੇ ਹਾਂ ਜਦੋਂ ਉਹਨਾਂ 'ਤੇ ਇਲੈਕਟ੍ਰਿਕ ਫੀਲਡ ਅਪਲਾਈ ਹੁੰਦਾ. ਦੈਨ ਆਪਾਂ ਕੀ ਕਹਾਂਗੇ ਵੀ ਡ੍ਰਿਫਟ ਵੈਲੋਸਿਟੀ ਇਨਕਰੀਜ਼ ਹੋਊਗੀ ਵੈਨ ਅੰਡਰ ਦਾ ਇਲੈਕਟ੍ਰਿਕ ਫੀਲਡ. ਓਕੇ ਬੇਟਾ, ਕਲੀਅਰ ਹੋਇਆ? ਦੈਨ ਆਪਣੇ ਕੋਲ ਕੀ ਆਇਆ, ਮਤਲਬ ਇਫੈਕਟ ਹੋਊਗੀ ਡ੍ਰਿਫਟ ਵੈਲੋਸਿਟੀ, ਇਫੈਕਟ ਹੋਊਗੀ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ. ਤਾਂ ਆਪਾਂ ਨੇ ਕਿਹਾ ਤਾ ਵੀ ਜਿਹੜੀ ਡ੍ਰਿਫਟ ਵੈਲੋਸਿਟੀ ਹੈ ਮਤਲਬ ਕਿ V is directly proportional to E. ਡ੍ਰਿਫਟ ਵੈਲੋਸਿਟੀ ਨੂੰ ਆਪਾਂ ਨੇ V ਕਿਹਾ ਤਾ, ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ ਨੂੰ E ਕਿਹਾ ਤਾ. is directly proportional to ਇਲੈਕਟ੍ਰਿਕ ਫੀਲਡ. ਆਪਾਂ ਲਿਖ ਸਕਦੇ ਹਾਂ V is directly proportional to E ਕਿਉਂਕਿ ਆਪਾਂ ਪੜ੍ਹ ਕੇ ਚੁੱਕੇ ਹਾਂ ਵੀ ਡ੍ਰਿਫਟ ਵੈਲੋਸਿਟੀ ਉਦੋਂ ਹੀ ਐਕਵਾਇਰ ਕਰਦੇ ਆ ਜਦੋਂ ਉਹਨਾਂ ਨੂੰ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ ਰੱਖਿਆ ਜਾਂਦਾ. ਓਕੇ ਬੇਟਾ, ਤਾਂ ਡਾਇਰੈਕਟਲੀ ਪ੍ਰਪੋਰਸ਼ਨਲ ਨੂੰ ਕੱਟ ਕੇ ਆਪਾਂ ਨੇ ਮਿਊ ਦਾ ਸਾਈਨ ਲਗਾਤਾ. ਮਿਊ ਇਜ਼ ਨੋਨ ਐਜ਼ ਇਲੈਕਟ੍ਰੀਕਲ ਮੋਬਿਲਿਟੀ. V ਇਜ਼ ਇਕੁਅਲ ਟੂ ਮਿਊ E, ਜਾਂ ਫਿਰ ਮਿਊ ਇਜ਼ ਇਕੁਅਲ ਟੂ ਮਤਲਬ ਕਿ ਮੋਬਿਲਿਟੀ ਇਜ਼ ਇਕੁਅਲ ਟੂ V ਅਪॉन E. दिस इज़ द फॉर्मूला ऑफ इलैक्ट्रिकल मोबिलिटी. ओके बेटा, क्लीयर होया? ये मोबिलिटी कदों कट सकते हैं जदों इलैक्ट्रॉन्स एंड होल्स मूव करनगे अंडर द इफैक्ट ऑफ इलैक्ट्रिक फील्ड. क्लीयर? दैन आपां इह तों ही डेफिनेशन बनाने अगे. सो द मोबिलिटी इज़ डिफाइंड एज ड्रिफ्ट वेलोसिटी पर यूनिट इलैक्ट्रिक फील्ड इंटेंसिटी. द म्यू इज़ डिफाइंड एज ड्रिफ्ट वेलोसिटी V पर यूनिट इलैक्ट्रिक फील्ड इंटेंसिटी. क्लीयर होया इत्थे तक? उस तो बाद
The mobility of hole in the valence band is less than the mobility of electron in the conduction band of the semiconductor. The mobility of hole in the valence band is less than the mobility of electron in the conduction band of the semiconductor. ਹੁਣ ਦੇਖੋ मैं ਤੁਹਾਨੂੰ ਕੱਲ ਸਮਝਾਇਆ ਸੀ ਵੀ ਜਿਹੜਾ ਵੈਲੈਂਸ ਬੈਂਡ ਹੈ ਉਹਦੇ ਵਿੱਚ ਆਪਣੇ ਕੋਲ ਇਲੈਕਟ੍ਰੋਨਸ ਹੀ ਹੁੰਦੇ ਆ ਹੈ ਨਾ। ਵੈਲੈਂਸ ਬੈਂਡ ਦੇ ਵਿੱਚ ਇਲੈਕਟ੍ਰੋਨ ਹੁੰਦੇ ਆ। ਜਦੋਂ ਆਪਾਂ ਇਲੈਕਟ੍ਰਿਕ ਫੀਲਡ ਅਪਲਾਈ ਕਰਦੇ ਹਾਂ ਦੈਨ ਉਹਦੇ ਵਿੱਚ ਕੀ ਆਉਂਦਾ, ਇੱਥੇ ਕੰਡਕਸ਼ਨ ਬੈਂਡ ਆ ਗਿਆ। ਉਹ ਐਨਰਜੀ ਬੈਂਡ ਨੂੰ ਪਾਰ ਕਰਦੇ ਹੋਏ ਇਨ ਦ ਮੈਟਲ ਕੇਸ ਲੈ ਲਓ, ਇਨ ਦ ਸੈਮੀ ਕੰਡਕਟਰ ਕੇਸ ਲੈ ਰਹੇ ਹਾਂ, ਉਹ ਐਨਰਜੀ ਬੈਂਡ ਨੂੰ ਪਾਰ ਕਰਦੇ ਹੋਏ ਜਿਹੜੇ ਇਲੈਕਟ੍ਰੋਨ ਨੇ ਉਹ ਕੰਡਕਸ਼ਨ ਬੈਂਡ ਦੇ ਵਿੱਚ ਚਲੇ ਜਾਂਦੇ ਆ। ਠੀਕ ਹੈ, ਦੈਨ ਉੱਥੇ ਕੀ ਕ੍ਰੀਏਟ ਹੋ ਜਾਂਦਾ, ਹੋਲ। ਜਦੋਂ ਉਹ ਆਪਣੀ ਸੀਟ ਨੂੰ ਛੱਡ ਕੇ ਚਲੇ ਗਏ ਹੈ ਨਾ, ਉੱਥੇ ਕੀ ਕ੍ਰੀਏਟ ਹੋ ਗਿਆ, ਹੋਲ। ਮਤਲਬ ਜਿਹਦੇ 'ਤੇ ਕਿਹੜਾ ਚਾਰਜ ਆ ਗਿਆ, ਪੋਜ਼ੀਟਿਵ। ਹੁਣ ਦੇਖੋ ਇੱਥੇ ਲਾਈਨ ਇਹੀ ਲਿਖੀ ਹੋਈ ਆ, the mobility of holes in the valence band is less than the mobility of electron in the conduction band of the semiconductor। मतलब जिन्ने इलैक्ट्रॉन जाणगे उन्ने ही होल क्रिएट होणगे ना। ਉਹਦੇ ਵਿੱਚ ਪਹਿਲਾਂ ਤੋਂ ਵੀ ਇਲੈਕਟ੍ਰॉन्स ਪਏ ਹੋਏ ਨੇ। ਮੰਨ ਲਓ मैंने 2 होल भेजते, मतलब 2 होल आ गए, 2 इलैक्ट्रॉन ऊपर चले गए, दैन की होया अपने कोल होल तो घट ही ने एज कंपेयर टू कंडक्शन बैंड। कंडक्शन बैंड मतलब इलैक्ट्रॉन जिन्ने मर्जी इलैक्ट्रॉन जाई जाएंगे, उत्ते होल की हो जाएंगे, ज़्यादा हो जाएंगे। क्लीयर होया, क्योंकि उत्ते होल्स भी प्रेजेंट ने। द मोबिलिटी ऑफ होल इन द वैलेंस बैंड इज लैस दैन द मोबिलिटी ऑफ इलैक्ट्रॉन इन द कंडक्शन बैंड ऑफ द semiconductor। The electrons are in the semiconductor are almost free, क्योंकि अपन नूं पता ही है भी जे कंडक्शन बैंड दे विच इलैक्ट्रॉन्स जाणगे ओह ही कंडक्टिविटी दे लई फ्री ने। मतलब ओह ही कंडक्टिविटी नूं अलो करनगे, चार्ज नूं अलो करनगे, करंट नूं प्रोड्यूस करनगे। इस करके जिहड़े कंडक्शन बैंड दे विच हुण इलैक्ट्रॉन चले गए वो ऑलमोस्ट फ्री ने एंड गेट ईजली एक्सलरेटेड बाय एन इलैक्ट्रिक फील्ड। की हो गया अपने कोल चंगी तरह एसलरेट हो गए किहदे नाल, इलैक्ट्रिक फील्ड दे नाल। जदों इलैक्ट्रिक फील्ड दे नाल एसलरेट होए दैन अपने कोल की प्रोड्यूस हो गया, इलैक्ट्रिक करंट। क्लीयर होया। दैन सो ड्रिफ्ट वेलोसिटी ऑफ द इलैक्ट्रॉन इन द वैलेंस बैंड इज स्मॉलर दैन दैट ऑफ इलैक्ट्रॉन इन द कंडक्शन बैंड। क्योंकि अपन नूं पता ही है भी इलैक्ट्रॉन दे विच जिहड़ी ड्रिफ्ट वेलोसिटी आ वो घट है एज कंपेयर टू कंडक्शन बैंड। ये देखो हुण तुसीं क्यों घट आ, क्योंकि जिहड़ी ड्रिफ्ट वेलोसिटी इलैक्ट्रॉन्स दी आ वो रैंडम वेलोसिटी, मैं तुहानूं दस्सिया भी एवरेज वेलोसिटी आ। ਉਹਦਾ मतलब की है, देखो वैलेंस बैंड ਦੇ ਵਿੱਚ ਤਾਂ ज़्यादा इलैक्ट्रॉन्स पए होए ने, उत्ते कोलिजन्स होण लग जाणगे। मतलब ज़्यादा की होण लग जाऊगी, कोलिजन्स होण लग जाणगे। कोलिजन दे नाल इलैक्ट्रॉन ज़्यादा मूव नहीं कर सकणगे। बट कंडक्शन बैंड दे विच की होऊगा, घट इलैक्ट्रॉन्स जाणगे। कंडक्शन बैंड दे करके अपने कोल कंडक्शन बैंड दे विच लिमिटेड इलैक्ट्रॉन्स जाणगे। जिन्नी कंडक्टिविटी टैंपरेचर ज़्यादा हुंदा जाऊगा उन्ने इलैक्ट्रॉन्स जाणगे, वो चंगी तरह मूव हो जाएंगे, फ्री होणगे। फ्री होने दे नाल की होगा, आपां ये कहांगे फिर जिहड़ी ड्रिफ्ट वेलोसिटी कंडक्शन बैंड दी आ ऑफ इलैक्ट्रॉन्स दी वो ज़्यादा होगी एज कंपेयर टू वैलेंस बैंड इलैक्ट्रॉन्स। समझ आया। उस तो बाद सिंस the motion of electron in the valence band is equivalent to motion of holes in the opposite direction। अपन नूं पता ही है। हुण देखो जिहड़ा motion of electron in the valence band आ is equivalent to motion of holes in the opposite direction। हुण एक ही कहा, हुण जदों जिहड़े valence band दे विच इलैक्ट्रॉन सीगे ਉਹ ਉੱਪਰ ਕੰਡਕਸ਼ਨ ਬੈਂਡ ਦੇ ਵਿੱਚ ਚਲੇ ਗਏ, ਜਦੋਂ ਆਪਾਂ ਨੇ ਟੈਂਪਰੇਚਰ ਨੂੰ ਵਧਾਇਆ ਅੰਡਰ ਦਾ ਇਫੈਕਟ ਆਫ ਇਲੈਕਟ੍ਰਿਕ ਫੀਲਡ, ਹੈ ਨਾ। ਤਾਂ ਉੱਥੇ ਕੀ ਕ੍ਰੀਏਟ ਹੋ ਗਿਆ, ਹੋਲ। ਆਪਾਂ ਨੂੰ ਪਤਾ ਵੀ ਹੋਲ ਦਾ ਪੋਜ਼ਿਟਿਵ ਟੂ ਨੈਗੇਟਿਵ ਮੂਵ ਕਰਦੇ ਆ ਐਂਡ ਇਲੈਕਟ੍ਰੋਨ ਕਿੱਧਰ ਤੋਂ ਕਿੱਧਰ ਵੱਲ ਨੂੰ ਮੂਵ ਕਰਨਗੇ, ਨੈਗੇਟਿਵ ਟੂ ਪੋਜ਼ਿਟਿਵ। ਇਸ ਕਰਕੇ ਆਪਾਂ ਨੇ ਕਿਹਾ ਵੀ ਜਿਹੜੇ ਆਪਣੇ ਕੋਲ ਸਿੰਸ ਦਾ ਮੋਸ਼ਨ ਆਫ ਇਲੈਕਟ੍ਰॉन्स इन द वैलेंस बैंड इज़ इक्विवेलेंट टू मोशन ऑफ होल्स इन द अपोजिट डायरेक्शन। मतलब जिमें होल्स पॉजिटिव टू नैगेटिव मूव करनगे उवें जिहड़े अपने कोल इलैक्ट्रॉन्स होणगे वो नैगेटिव टू पॉजिटिव मूव करनगे। ओके बेटा। सो मोबिलिटी ऑफ एन इलैक्ट्रॉन इन द कंडक्शन बैंड इज़ मोर दैन मोबिलिटी ऑफ होल्स इन द वैलेंस बैंड। हुण आ गल हुण ध्यान नाल देखियो। हुण आपां ने कहा सी भी ड्रिफ्ट वेलोसिटी जिहड़ी इलैक्ट्रॉन्स दी आ ओह वैलेंस बैंड दे विच घट आ एज कंपेयर टू कंडक्शन बैंड। ठीक है जी। कंडक्शन बैंड दे विच ड्रिफ्ट वेलोसिटी ज़्यादा होगी,
ਜਦੋਂ ਡ੍ਰਿਫਟ ਵੈਲੋਸਿਟੀ ਜ਼ਿਆਦਾ ਹੋਊਗੀ ਤਾਂ ਮੋਬਿਲਿਟੀ ਵੀ ਤਾਂ ਜ਼ਿਆਦਾ ਹੋਊਗੀ, ਕਿਉਂਕਿ ਦੀਜ਼ ਆਰ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਈਚ ਅਦਰ। ਹੁਣ ਆਪਾਂ ਨੂੰ ਇੱਥੋਂ ਹੀ ਸਮਝ ਆਉਣਾ ਚਾਹੀਦਾ ਹੈ ਵੀ ਜੇ ਡ੍ਰਿਫਟ ਵੈਲੋਸਿਟੀ ਇਲੈਕਟ੍ਰੋਨਸ ਦੀ ਜ਼ਿਆਦਾ ਹੋਊਗੀ ਇਨ ਦਾ ਕੰਡਕਸ਼ਨ ਬੈਂਡਸ ਹੈ ਐਜ਼ ਕੰਪੇਅਰ ਟੂ ਵੇਲੈਂਸ ਬੈਂਡ, ਕਿਉਂਕਿ ਵੇਲੈਂਸ ਬੈਂਡ ਦੇ ਵਿੱਚ ਕਿਉਂ ਨਹੀਂ, ਕਿਉਂਕਿ ਵੇਲੈਂਸ ਦੇ ਵਿੱਚ ਇਲੈਕਟ੍ਰੋਨ ਐਂਡ ਹੋਲਸ ਦੋਨੋਂ ਆ ਗਏ, ਕੋਲੀਜ਼ਨਸ ਹੋਣਗੀਆਂ। ਕੋਲੀਜ਼ਨਸ ਮਤਲਬ ਇਨ ਦੀ ਸੈਂਸ ਉੱਥੇ ਜ਼ਿਆਦਾ ਭੀੜ ਹੈ, ਇਸ ਕਰਕੇ ਕੋਈ ਨੈਗੇਟਿਵ ਟੂ ਪੋਜ਼ਿਟਿਵ ਜਾਊਗਾ, ਇਲੈਕਟ੍ਰੋਨ ਐਂਡ ਹੋਲਸ ਪੋਜ਼ਿਟਿਵ ਟੂ ਨੈਗੇਟਿਵ ਮੂਵ ਕਰਨਗੇ, ਕੋਲੀਜ਼ਨਸ ਤਾਂ ਫਿਰ ਵੀ ਹੋਣਗੀਆਂ। ਤਾਂ ਇਸ ਕਰਕੇ ਆਪਾਂ ਨੇ ਇਹ ਕਿਹਾ ਵੀ ਜਿਹੜੀ ਡ੍ਰਿਫਟ ਵੈਲੋਸਿਟੀ ਹੈ ਕੰਡਕਸ਼ਨ ਬੈਂਡ ਦੇ ਵਿੱਚ ਸਮੂਥਲੀ ਚੱਲੂਗੀ। ਸਮੂਥਲੀ ਇਨ ਦੀ ਸੈਂਸ ਮਤਲਬ ਕਿ ਜ਼ਿਆਦਾ ਹੋਊਗੀ, ਜਦੋਂ ਜ਼ਿਆਦਾ ਹੋਊਗੀ ਦੈਨ ਮੋਬਿਲਿਟੀ ਵੀ ਜ਼ਿਆਦਾ ਹੋਊਗੀ, ਕਿਉਂਕਿ ਦੀਜ਼ ਆਰ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਈਚ ਅਦਰ। ਸੋ ਮੋਬਿਲਿਟੀ ਆਫ ਇਲੈਕਟ੍ਰੋਨ ਇਨ ਦਾ ਕੰਡਕਸ਼ਨ ਬੈਂਡ ਇਜ਼ ਮੋਰ ਦੈਨ ਮੋਬਿਲਿਟੀ ਆਫ ਹੋਲ ਇਨ ਦਾ ਵੈਲੈਂਸ ਬੈਂਡ। ਸਮਝ ਆਇਆ ਪਹਿਲਾ ਟੌਪਿਕ ਵੀ ਮੋਬਿਲਿਟੀ ਆਫ ਇਲੈਕਟ੍ਰੋਨ ਐਂਡ ਹੋਲਸ ਤੁਸੀਂ ਕਿਵੇਂ ਫਾਈਂਡ ਆਊਟ ਕਰ ਸਕਦੇ ਹੋ। ਤੁਹਾਨੂੰ MCQs ਦੇ ਵਿੱਚ ਕੁਐਸਚਨ ਵੀ ਆ ਸਕਦਾ ਹੈ ਵੀ ਮੋਬਿਲਿਟੀ ਕਿਹਦੀ ਜ਼ਿਆਦਾ ਹੁੰਦੀ ਹੈ ਇਨ ਦਾ ਕੰਡਕਸ਼ਨ ਬੈਂਡ, ਇਲੈਕਟ੍ਰੋਨਸ ਦੀ ਜ਼ਿਆਦਾ ਹੁੰਦੀ ਹੈ ਕਿ ਹੋਲਸ ਦੀ ਜ਼ਿਆਦਾ ਹੁੰਦੀ ਹੈ। ਦੈਨ ਤੁਹਾਨੂੰ ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਵਾਲਾ ਟੌਪਿਕ ਤਾਂ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਠੀਕ ਹੈ, ਹੁਣ ਦੇਖੋ ਆਪਾਂ ਨੇ ਮੂਵ ਕਰਵਾਉਣ ਲਗਾਤਾ, ਉਹਨੂੰ ਮੂਵ ਕਰਵਾਉਣ ਲਗਾਤਾ ਤਾਂ ਉਹਨਾਂ ਨੂੰ ਇਲੈਕਟ੍ਰੋਨਸ ਐਂਡ ਹੋਲਸ ਨੂੰ ਮੂਵ ਕਰਨ ਲੱਗ ਗਏ ਹੈ ਨਾ। ਦੈਨ ਉਹਨਾਂ ਨੇ ਕਰੰਟ ਨੂੰ ਪ੍ਰੋਡਿਊਸ ਕਰਨਾ ਹੈ, ਤਾਂ ਆਪਾਂ ਕੰਡਕਟਿਵਿਟੀ ਕੱਢਾਂਗੇ। ਤਾਂ ਕੰਡਕਟਿਵਿਟੀ ਮਤਲਬ ਕਿ ਇਲੈਕਟ੍ਰੀਕਲ ਕੰਡਕਟਿਵਿਟੀ ਆਫ ਅ ਸੈਮੀਕੰਡਕਟਰ, ਇਹ ਸਿੰਪਲ ਡੈਰੀਵੇਸ਼ਨ ਹੈ, ਤੁਹਾਨੂੰ ਇੰਟਰਸਟਿੰਗ ਲੱਗੂਗੀ। ਦੇਖੋ ਇੰਟਰਸਟਿੰਗ ਲੱਗੂਗੀ, ਦੇਖੋ ਜਿਵੇਂ ਇਲੈਕਟ੍ਰੀਕਲ ਕੰਡਕਟਿਵਿਟੀ ਆਫ ਅ ਸੈਮੀਕੰਡਕਟਰ, ਹੁਣ ਆਪਾਂ ਨੇ ਉਹਨਾਂ ਨੂੰ ਮੂਵ ਕਰਵਾਤਾ, ਹੁਣ ਆਪਾਂ ਨੇ ਉਹਨਾਂ ਨੂੰ ਅਲੋ ਕਰਵਾਤਾ ਕਰੰਟ ਨੂੰ ਪ੍ਰੋਡਿਊਸ ਕਰਵਾਉਣ ਦੇ ਲਈ ਹੈ ਨਾ। ਉਹਨਾਂ ਦੀ ਆਪਣੀ ਐਬਿਲਿਟੀ ਬਣ ਗਈ ਕਰੰਟ ਨੂੰ ਅਲੋ ਕਰਨ ਦੀ, ਚਾਰਜ ਨੂੰ ਅਲੋ ਕਰਨ ਦੀ, ਕਰੰਟ ਨੂੰ ਪ੍ਰੋਡਿਊਸ ਕਰਨ ਦੀ। ਹੁਣ ਦੇਖੋ ਆਪਾਂ ਕਰੰਟ ਨੂੰ ਪ੍ਰੋਡਿਊਸ ਕਰਦੇ, ਦੇਖੋ ਕਿਵੇਂ। ਹੁਣ ਆਪਾਂ ਨੂੰ ਪਤਾ ਵੀ ਦੋਨੋਂ ਇਲੈਕਟ੍ਰੋਨਸ ਵੀ ਮੂਵ ਕਰ ਰਹੇ ਨੇ ਵਿਦ ਆ ਡ੍ਰਿਫਟ ਵੈਲੋਸਿਟੀ ਐਂਡ ਹੋਲਸ ਵੀ ਮੂਵ ਕਰ ਰਹੇ ਨੇ ਵਿਦ ਆ ਡ੍ਰਿਫਟ ਵੈਲੋਸਿਟੀ। ਜਿਹੜੇ ਇਲੈਕਟ੍ਰੋਨਸ ਮੂਵ ਕਰ ਰਹੇ ਨੇ ਵਿਦ ਆ ਡ੍ਰਿਫਟ ਵੈਲੋਸਿਟੀ ਉਹਨੂੰ ਆਪਾਂ ਨੇ ਲਿਖ ਲਿਆ VE, ਐਂਡ ਹੋਲਸ ਜਿਹੜੇ ਮੂਵ ਕਰ ਰਹੇ ਨੇ ਉਹਨਾਂ ਨੂੰ ਆਪਾਂ ਨੇ ਲਿਖ ਲਿਆ VH। ਓਕੇ ਬੇਟਾ, ਨਾਓ the total current flowing through a semiconductor on the application of an electric field intensity is given by an relation। clear जी। ਹੁਣ ਆਪਾਂ ਟੋਟਲ ਕਰੰਟ ਕੱਢਣਾ ਕਿਉਂਕਿ ਕੰਡਕਟਿਵਿਟੀ ਪ੍ਰੋਡਿਊਸ ਹੋ ਸਕਦੀ ਹੈ, ਕੰਡਕਟਿਵਿਟੀ ਦੇ ਨਾਲ ਕੀ ਨਿਕਲੂਗਾ ਆਪਣੇ ਕੋਲ ਕਰੰਟ। ਤਾਂ ਟੋਟਲ ਕਰੰਟ ਕਿਹਦੇ ਕਿਹਦੇ ਕਰਕੇ ਆ ਰਹੇ ਆ, ਇਲੈਕਟ੍ਰੋਨ ਕਰੰਟ ਕਰਕੇ ਤੇ ਹੋਲ ਕਰੰਟ ਕਰਕੇ। ਇਲੈਕਟ੍ਰੋਨ IE ਐਂਡ ਹੋਲ ਕੀ ਆ IH। ਠੀਕ ਹੈ, ਹੁਣ ਤੁਹਾਨੂੰ ਜੇ ਤੁਸੀਂ ਸੈਕਿੰਡ ਯੂਨਿਟ ਚੰਗੀ ਤਰ੍ਹਾਂ ਕੀਤੀ ਹੋਈ ਹੈ ਡ੍ਰਿਫਟ ਵੈਲੋਸਿਟੀ ਵਾਲੀ, ਦੈਨ ਤੁਹਾਨੂੰ ਆਹ ਵਾਲਾ ਫਾਰਮੂਲਾ ਯਾਦ ਆ ਜਾਣਾ। ਆਹ ਵਾਲਾ ਫਾਰਮੂਲਾ ਆਪਣੇ ਕੋਲ ਸਿੰਪਲ ਕੀ ਹੁੰਦਾ ਸੀ, I ਇਜ਼ ਇਕੁਅਲ ਟੂ NAEVD ਹੁੰਦਾ ਸੀ ਨਾ। ਡ੍ਰਿਫਟ ਵੈਲੋਸਿਟੀ ਦਾ ਤੇ ਕਰੰਟ ਨਾਲ ਰਿਲੇਸ਼ਨ ਕੱਢਿਆ ਸੀਗਾ ਆਪਾਂ ਨੇ, ਤੁਹਾਨੂੰ ਯਾਦ ਆ ਗਿਆ ਹੋਣਾ। ਤਾਂ ਹੁਣ ਇਹ ਤੋਂ ਹੀ ਆਪਾਂ ਇਲੈਕਟ੍ਰੋਨ ਕਰੰਟ IE ਦਾ ਕੱਢਾਂਗੇ, IE NE ਨੰਬਰ ਆਫ ਇਲੈਕਟ੍ਰੋਨਸ, AEVE मतलब ड्रिफ्ट वेलोसिटी ऑफ इलेक्ट्रॉन्स। आई फॉर्मूला लगाया मैंने। होना N इज़ द नंबर डेंसिटी ऑफ इलेक्ट्रॉन्स, V इज़ द ड्रिफ्ट वेलोसिटी ऑफ इलेक्ट्रॉन्स, A इज़ द एरिया ऑफ क्रॉस सेक्शन, E इज़ द चार्ज ऑन इलेक्ट्रॉन। सिमिलरली होल करंट भी इस तरह ही कढ़ लाँगे। होल करंट की होगा IH इज़ इक्वल टू E electric charge, NH number density of the holes, A is the area and VH is the drift velocity of the holes। क्लियर होया, दोनों फॉर्मूले कढ़ ले अपन ने IE एंड IH, उन्होंने कित्थे पुट करांगे इस इक्वेशन दे विच, IE एंड IH दे विच पुट कर दो। हैंस द टोटल करंट इज गिवन बाय I इज इक्वल टू ENE आ गया अपने को AVE प्लस ENH AVH। ठीक है, देखो दोनों के विचों E कॉमन आ रही है एंड A कॉमन आ रही है। इलैक्ट्रिक चार्ज भी फिक्सड ही है एंड वो माइनस का होगा -1.6 इन ×-19 होल्स ऊपर प्लस आ जाएगा 1.6 इन ×-19 एरिया। ठीक है, सेम आ गए। दैन इन्होंने कॉमन करता, बाकी अपने अंदर लिख ली NANEVE प्लस NHVH। ओके, गॉट इट। ओके, नैक्सट हुण आपां नूं पता है, हुण आपां ने डेरिवेशन ही करनी है। करंट कढ़ना ना सिंपल आपां ने आह वाला फॉर्मूला कढ़ लिया सिंपल, है ना। देखो वी नो दैट फॉर इलैक्ट्रिक फील्ड सैमीकंडक्टर ओबेज ओम्स लॉ। सैमीकंडक्टर किनूं ओबे करदा, ओम्स लॉ नूं ओबे करदा। देखो इत्थों भी MCQ बन सकता है
भी कई बार पूछते आ भी अंडर द इफैक्ट ऑफ इलैक्ट्रिक फील्ड ਜਿਹੜਾ ਸੈਮੀ ਕੰਡਕਟਰ ਉਹ ਕਿਹੜੇ ਲਾਅ ਨੂੰ ਓਬੇ ਕਰਦਾ ਓਮਸ ਲਾਅ ਨੂੰ ਆਪਾਂ ਨੂੰ ਪਤਾ V = IR ਹੁੰਦਾ ਜਾਂ ਫਿਰ I = V/R V is a potential difference and R is a resistance okay R ਦਾ ਫਾਰਮੂਲਾ ਵੀ ਆਪਾਂ ਨੂੰ ਪਤਾ ਮੈਂ ਤੁਹਾਨੂੰ ਉਸ ਦਿਨ ਡਰਾਈਵ ਕਰਵਾਇਆ ਸੀ ਨਾ ਦੱਸਿਆ ਸੀ ਨਾ ਫਸਟ ਲੈਕਚਰ ਦੇ ਵਿੱਚ R = ρL/A ठीक है तो I मैंने R की वैल्यू इत्थे पुट करती जो R की वैल्यू मैंने इत्थे पुट की दैन मेरे को आ गया जोड़ा उत्ते नीचे सीगा ये उपर आ गया VA/ρL ठीक है हुण ना मैंने V/L नू ना E पुट किया है तुहानूं समझ आ गया V/L नू मैं E किवें पुट किया देखो तुहानूं मैंने ना एक पोटेंशियल ग्रेडियंट करवाया सी ਉਹਦੇ ਵਿੱਚ ਕੀ ਆਇਆ ਸੀ ਆਪਣੇ ਕੋਲ -dV/dr = E ਆਇਆ ਸੀ ਨਾ पोटेंशियल ग्रेडियंट आया ਸੀ इलैक्ट्रिक फील्ड ग्रेडियंट ਜਦੋਂ ਆਪਾਂ ਨੇ ਕੱਢਿਆ ਸੀ दैन dV ਆਪਣੇ ਕੋਲ पोटेंशियल आया ਸੀ ਆਪਾਂ ਨੂੰ ਕਿਹਾ ਸੀਗਾ ਵੀ ਜਿੱਧਰ ਨੂੰ इलैक्ट्रिक फील्ड ਜਾ ਰਿਹਾ ਉਦੋਂ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ पोटेंशियल ਇਨਕਰੀਜ਼ ਹੁੰਦਾ ਇਸ ਕਰਕੇ ਆਪਾਂ ਡਿਕਰੀਜ਼ ਹੁੰਦਾ ਇਸ ਕਰਕੇ ਆਪਾਂ ਕਹਿੰਦੇ ਸੀਗੇ ਵੀ ਉਸ ਵਾਲੀ ਡਾਇਰੈਕਸ਼ਨ ਦੇ ਵਿੱਚ ਡਿਕਰੀਜ਼ ਹੁੰਦਾ ਇਸ ਕਰਕੇ ਆਪਾਂ ਨੂੰ पोटेंशियल ग्रेडियंट ਬੋਲਦਾ ਸੀ ਹਨਾ ਉਹ ਤੋਂ ਹੀ मैंने आ वाला फॉर्मूला बनाया V/L R is a radius distance then V/L आ वाला फॉर्मूला उतों ड्राइव किया ओके बेटा तो E मैंने पुट करता A/ρ आ गया हुण I की वैल्यू कढ़ ली ना EA/ρ है ना दैन तुसीं इहदे विच पुट कर दो I की वैल्यू आ वाली कड्ढी हुई आ दैन I की वैल्यू अपने कोल EA/ρ आ गई तुसीं इहदे नाल लैफ्ट हैंड साइड लिख दो राइट हैंड साइड एज इट इज़ एंड I की वैल्यू लिखती ठीक है दैन कंडक्टिविटी कढ़ रही है तो दैन कंडक्टिविटी का कॉन्सैप्ट आना चाहिए कंडक्टिविटी को किहदे नाल रिप्रजेंट करते हैं सिग्मा देखो सिग्मा लैके आवांगे A/ρ EA/NEVE+NHVH ओके नैक्सट अपने को A नाल A की होगी कैंसल आउट बाकी आपां ने लिखता एज इट इज़ ठीक है हुण उस तो बाद की आ गया अपने को हुण ਜਿਹੜਾ इधर आ वाला E सी मैंने दोनों के नाल नीचे डिवाइड करता हुण देखो हुण ही आपां फॉर्मूला करके चुके हैं V/E ड्रिफ्ट वेलोसिटी अपॉन इलैक्ट्रॉन की करके चुके हैं इलैक्ट्रिक फील्ड की करके चुके हैं ड्रिफ्ट वेलोसिटी जिहदे नाल VE/E आ वो μE आ जाऊगा मोबैलिटी ऑफ इलैक्ट्रॉन्स एंड VH/E की आ जाऊगा मोबैलिटी ऑफ होल्स पुट करता E μE NH/μH आपां नूं पता है भी कंडक्टिविटी सिग्मा = 1/ρ कंडक्टिविटी इज़ द इनवर्स ऑफ रजिस्टिविटी क्योंकि रो इज़ अ रजिस्टिविटी है ना आपां नूं पता भी रजिस्टिविटी इज़ द एबिलिटी टू रजिस्ट द करंट एंड कंडक्टिविटी मतलब सिग्मा इज़ द एबिलिटी टू अलो द करंट दैन मैंने पुट करता सिग्मा दैन अपने को सिग्मा की वैल्यू आ गई सिग्मा = E NE μE+NH/μH अपने को फॉर्मूला आ गया इलैक्ट्रिकल कंडक्टिविटी ऑफ अ सेमीकंडक्टर दोनों का ही आया ऑफ द चार्ज कैरियर ऑफ द इलैक्ट्रॉन एंड द होल क्लियर होया द मोबैलिटी ऑफ इलैक्ट्रॉन इज़ मोर दैन मोबैलिटी ऑफ होल्स क्योंकि इलैक्ट्रॉन्स के उपर नैगेटिव चार्ज होंदा एंड होल्स के उपर पॉजिटिव चार्ज होंदा एज कंपेयर्ड टू इलैक्ट्रॉन्स ओके बेटा ये पहला भी प्रूफ करके चुके हैं भी इलैक्ट्रॉन्स की मोबैलिटी ज़्यादा होंदी है किहदे विच कंडक्शन बैंड दे विच क्लियर नैक्सट अपने को थोड़ी जी चीज़ ही रह गई बस आ देखो ड्यू टू इनक्रीज इन कोलिजन फ्रीकुएंसी ज्यों ज्यों कोलिजन ज़्यादा बढ़ती जाऊगी मोर एंड मोर इलैक्ट्रॉन्स फ्रॉम द वैलेंस बैंड क्रॉस ओवर टू कंडक्शन बैंड कोलिजन कदों होगी अंडर द इलैक्ट्रिक फील्ड कोलिजन होंदी जाऊगी दैन जेडे अपने को इलैक्ट्रॉन्स होणगे वो कंडक्शन बैंड नूं क्रॉस वैलेंस बैंड नूं क्रॉस करते हुए किहदे च पहुंच जाणगे कंडक्शन बैंड दे विच पहुंच जाणगे द इंक्रीज इन इलैक्ट्रॉन्स एंड होल्स इज सो लार्ज देयर रिडक्शन इन देयर मोबैलिटी हैज़ नो इन्फ्लुएंस with rise in temperature conductivity increase or resistivity of the semiconductor decrease okay बेटा क्लियर होया समझ आया क्योंकि कंडक्टिविटी मीनस करंट ज़्यादा इंक्रीज हो रहा है एंड रजिस्टिविटी मतलब जी करंट को रोक लिया वो की हो गया घट आ हुण मैंने कुछ फीचर्स लिखियां ने जिहड़ी आपां पढ़ चुके हैं देखो की सीगी डोपिंग का परपज़ की सीगा भी ताकि आपां नूं कंडक्टिविटी अपनी इंक्रीज हो जाए The process of doping can change the conductivity of intrinsic semiconductor. Semiconductor अपने पढ़े सी प्योर ਉਹਦੇ ਵਿੱਚ अपने impurity ऐड की क्यों क्योंकि अपनी कंडक्टिविटी ਨੂੰ increase करना सी करंट ਨੂੰ ज़्यादा प्रोड्यूस करना सी इस करके unlike metals
resistance of semiconductor decreases with rise in temperature। ਕੱਲੇ ਮੈਟਲਸ ਦੇ ਵਿੱਚ resistance increase ਹੁੰਦੀ ਹੈ with increase in temperature। ਉਹ ਵੀ ਮੈਂ ਤੁਹਾਨੂੰ ਰੀਜ਼ਨ ਦੱਸਿਆ ਸੀ ਕਿਉਂ। ਅਦਰਵਾਈਜ਼ ਇਨਸੂਲੇਟਰ ਦੇ ਵਿੱਚ ਵੀ ਡਿਕਰੀਜ਼ ਹੋਣੀ ਹੈ, ਇਨਸੂਲੇਟਰ ਦੇ ਵਿੱਚ ਤਾਂ ਹੁੰਦੀ ਹੀ ਡਿਕਰੀਜ਼ ਹੈ, ਐਂਡ ਕਿਹਦੇ ਵਿੱਚ ਸੈਮੀਕੰਡਕਟਰ ਦੇ ਵਿੱਚ ਵੀ ਡਿਕਰੀਜ਼ ਹੁੰਦੀ ਹੈ। ਠੀਕ ਹੈ। रूम temperature is sufficient to make semiconductor to conduct। रूम temperature sufficient ਆ ਸੈਮੀਕੰਡਕਟਰਸ ਨੂੰ ਕੰਡਕਟਿਵਿਟੀ ਦੇ ਲਈ। ਠੀਕ ਹੈ। ਆਪਾਂ ਨੂੰ ਪਤਾ ਇਹ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਵੀ 0 ਕੈਲਵਿਨ ਦੇ ਉੱਪਰ ਸੈਮੀਕੰਡਕਟਰ ਇੱਕ ਇਨਸੂਲੇਟਰ ਦਾ ਕੰਮ ਹੀ ਕਰ ਰਿਹਾ। ਪਿਓਰ ਸੈਮੀਕੰਡਕਟਰ ਵੀ ਲੋ ਟੈਂਪਰੇਚਰ ਦੇ ਉੱਪਰ ਇਨਸੂਲੇਟਰ ਦਾ ਕੰਮ ਹੀ ਕਰ ਰਿਹਾ। ਜਿਉਂ-ਜਿਉਂ ਟੈਂਪਰੇਚਰ ਨੂੰ ਵਧਾਉਂਦੇ ਜਾਵਾਂਗੇ ਕੰਡਕਟਿਵਿਟੀ ਵੱਧਦੀ ਜਾਊਗੀ। ਕਿਉਂ? ਕਿਉਂਕਿ ਇਲੈਕਟ੍ਰੋਨਸ ਵੈਲੈਂਸ ਬੈਂਡ ਤੋਂ ਜ਼ਿਆਦਾ એનર્ਜੀ ਲੈਂਦੇ ਹੋਏ ਉਹਨੂੰ ਕ੍ਰੋਸ ਕਰ ਜਾਣਗੇ ਫੋਰਬਿਡਨ એનર્ਜੀ ਗੈਪ ਨੂੰ, ਦੈਨ ਕਿੱਥੇ ਮੂਵ ਕਰ ਜਾਣਗੇ ਕੰਡਕਸ਼ਨ ਬੈਂਡ ਨੂੰ। ਠੀਕ ਹੈ ਬੇਟਾ, ਕਲੀਅਰ ਹੋਇਆ? ਤੁਹਾਨੂੰ ਇਹ ਵਾਲੇ ਟੌਪਿਕ ਸਮਝ ਆ ਗਏ ਚੰਗੀ ਤਰ੍ਹਾਂ। ਮੈंने ਤੁਹਾਨੂੰ ਕਰਵਾਇਆ ਮੋਬਿਲਿਟੀ ਆਫ ਇਲੈਕਟ੍ਰੋਨਸ ਐਂਡ ਉਸ ਤੋਂ ਬਾਅਦ ਮੈंने ਤੁਹਾਨੂੰ ਕਰਵਾਇਆ ਇਲੈਕਟ੍ਰੀਕਲ ਕੰਡਕਟਿਵਿਟੀ ਆਫ ਸੈਮੀਕੰਡਕਟਰ। ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਵਾਲਾ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਆ। ਪਲੀਜ਼ ਮੈਨੂੰ ਨਾ ਕਮੈਂਟ ਬਾਕਸ ਦੇ ਵਿੱਚ ਫੀਡਬੈਕ ਜ਼ਰੂਰ ਦਿਆ ਕਰੋ ਵੀ ਤੁਹਾਨੂੰ ਇਹ ਵਾਲੇ ਟੌਪਿਕ ਕਿਸ ਤਰ੍ਹਾਂ ਲੱਗ ਰਹੇ ਨੇ, ਤੁਹਾਨੂੰ ਸਮਝ ਆ ਵੀ ਰਹੇ ਨੇ ਕਿ ਨਹੀਂ ਸਮਝ ਆ ਰਹੇ। ਕਿਉਂਕਿ ਜੇ ਨਹੀਂ ਸਮਝ ਆਣਗੇ ਦੈਨ ਫਿਰ ਮੈਂ ਕੁਝ ਹੋਰ ਵਧੀਆ ਤਰੀਕੇ ਦੇ ਨਾਲ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਕਰੂੰਗੀ। ਇਸ ਕਰਕੇ ਪਲੀਜ਼ ਆਪਣੀ ਫੀਡਬੈਕ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ। ਓਕੇ ਬੇਟਾ, ਕਲੀਅਰ ਹੋ ਗਿਆ? ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜਿਹਦੇ ਨਾਲ ਮੈਨੂੰ ਇਹ ਪਤਾ ਲੱਗ ਜਾਂਦਾ ਵੀ ਬੱਚਿਆਂ ਦਾ ਹਾਂ ਵੀ ਬੱਚੇ ਨੂੰ ਸਮਝ ਆ ਰਹੀ ਹੈ ਕੁਝ ਵੀਡੀਓ ਦੀ। ਓਕੇ ਬੇਟਾ, ਸਮਝ ਆ ਗਿਆ? ਥੈਂਕ ਯੂ।